ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 7 ਅਗਸਤ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 251। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖ ਦਈਏ, ਡਾਲਫਨ ਪੁਲਿਸ। ਚੇਤੇ ਹੋਏਗਾ ਤੁਹਾਨੂੰ, ਸ਼ਹਬਾਜ਼ ਸ਼ਰੀਫ ਸਾਹਿਬ ਨੇ ਸ਼ੋਸ਼ਾ ਛੱਡਿਆ ਸੀ, ਕਿਤੇ ਤੁਰਕੀ ਗਏ ਉੱਥੇ, ਕਿਉਂਕਿ ਇਸਤੰਬੁਲ ਵਗੈਰਾ ਦੇ ਵਿੱਚ ਟੂਰਿਜ਼ਮ ਬਹੁਤ ਜ਼ਿਆਦਾ ਹੈ ਅਤੇ ਉੱਥੋਂ ਉਹਨਾਂ ਨੂੰ ਅਰਬਾਂ ਡਾਲਰ ਦੀ ਜ਼ਾਹਿਰ ਹੈ ਕਮਾਈ ਵੀ ਹੁੰਦੀ ਹੈ ਟੂਰਿਜ਼ਮ ਤੋਂ। ਉਹਨਾਂ ਨੇ ਉੱਥੇ ਟੂਰਿਸਟ ਵਾਸਤੇ ਤੁਰਕੀ ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਕ੍ਰਾਈਮ ਹੈ, ਸਟਰੀਟ ਕ੍ਰਾਈਮ, ਉਹ ਕਾਫੀ ਜ਼ਿਆਦਾ ਹੈ ਕਿਉਂਕਿ ਮੈਟਰੋਪੋਲੀਟਨ ਸਿਟੀ ਹੈ ਔਰ ਉੱਥੇ ਬੜੀ ਸਾਰੀ ਆਵਾਮ ਹੈ, ਟੂਰਿਸਟ ਵੀ ਬੜਾ ਆਉਂਦਾ ਹੈ ਅਤੇ ਇਲੀਗਲ ਇਮੀਗਰੈਂਟਸ ਵੀ ਬੜੇ ਨੇ। ਅਤੇ ਉਹ ਫਿਰ ਲੋਕਾਂ ਕੋਲੋਂ ਮੋਬਾਇਲ ਫੋਨ 'ਚ ਖੋਹਣੇ, ਕਿਸੇ ਕੋਲ ਪੈਸੇ ਖੋਹਣੇ, ਕਿਸੇ ਨੂੰ ਗਲੀ 'ਚ ਤੁਰਿਆ ਜਾਂਦੇ ਆ ਉਹਦੇ ਨਾਲ ਕ੍ਰਾਈਮ ਕਰ ਲੈਣਾ। ਇਸ ਤਰ੍ਹਾਂ ਦੀ ਸੂਰਤ ਹਾਲ ਨੂੰ ਨਿਬੜਨ ਵਾਸਤੇ ਉਹਨਾਂ ਨੇ ਉੱਥੇ ਡਾਲਫਨ ਪੁਲਿਸ ਬਣਾਈ ਸੀ ਕਿ ਉਹ ਮੋਟਰਸਾਈਕਲਾਂ 'ਤੇ ਫਿਰ ਰਹੇ ਨੇ, ਹਰ ਜਗ੍ਹਾ 'ਤੇ ਮੌਜੂਦ ਨੇ, ਤਾਦਾਦ ਜ਼ਿਆਦਾ ਹੈ, ਤਾਂ ਕਿ ਕਿਤੇ ਵੀ ਕੋਈ ਕਿਸੇ ਟੂਰਿਸਟ ਨਾਲ ਧੱਕਾ ਕਰ ਰਿਹਾ ਅਤੇ ਉੱਥੇ ਉਹ ਫੌਰੀ ਤੌਰ 'ਤੇ ਪਹੁੰਚ ਕੇ ਅਤੇ ਉਹਨੂੰ ਅਸਿਸਟ ਕਰਨ। ਹੁਣ ਜ਼ਾਹਿਰ ਹੈ, ਮੈਂ ਤੁਹਾਨੂੰ ਦੱਸਿਆ ਕਿ ਉੱਥੇ ਕਿਉਂਕਿ ਅਰਬਾਂ ਡਾਲਰ ਜਿਹੜੇ ਨੇ ਉਹ ਸਾਲਾਨਾ ਉਹ ਟੂਰਿਜ਼ਮ ਤੋਂ ਕਮਾਉਂਦੇ ਨੇ। ਸਾਡੇ ਵਾਲਿਆਂ ਦੀ ਹਾਲਤ ਇਹ ਵੀ ਕਿਸੇ ਦਾ ਮੂੰਹ ਲਾਲ ਵੇਖ ਕੇ ਆਪਣਾ ਚਪੇੜਾ ਮਾਰ ਕੇ ਕਰ ਲੈਂਦੇ ਨੇ। ਬਾਜੀ ਜਿਵੇਂ ਪੰਜਾਬ ਵਰਗੀ ਗਰਮੀ 'ਚ ਜਿੱਥੇ ਹੁੱਸੜ 'ਚ ਬੰਦਾ ਬੰਦੇ ਦੇ ਲਾਗੇ ਨਹੀਂ ਖਲੋ ਸਕਦਾ, ਹੁੱਸੜ ਮਤਲਬ ਹਿਊਮਿਡ ਦੇ ਵਿੱਚ, ਉੱਥੇ ਬਾਜੀ ਕਹਿੰਦੀ ਹੈ ਕਿ ਇੰਗਲੈਂਡ ਵਾਲੀ ਵਰਦੀ ਜਿਹੜੀ ਹੈ ਉਹ ਪੁਲਿਸ ਨੂੰ ਪਾਉਣੀ ਹੈ, ਜਿਹੜੀ ਉੱਤੋਂ ਤੱਕ ਬਿਲਕੁਲ ਬਟਨ ਅਪ ਹੋਵੇ। ਸਾਡੀ ਤਾਂ ਜ਼ਾਹਿਰ ਹੈ ਵਾਹੂ ਆਰਾ ਜਿਵੇਂ ਹੁੰਦਾ ਹੈ, ਜਿਹਨੂੰ ਪੰਜਾਬੀ ਚਾਹੁੰਦੇ ਨੇ, ਮਤਲਬ ਇਹੋ ਜਿਹੀ ਵਰਦੀ ਜਿਹਦੇ 'ਚੋਂ ਹਵਾ ਸ਼ਵਾ ਲੱਗੇ, ਅਤੇ ਉਹੋ ਜਿਹੀ ਵਰਦੀਆਂ ਸਾਡੇ ਕੰਮ ਆਉਣੀਆਂ ਨੇ ਜ਼ਾਹਿਰ ਹੈ ਪੰਜਾਬ ਦੇ ਵਿੱਚ। ਉਹ ਬਾਜੀ ਦੀ ਕਿਉਂਕਿ ਬਾਜੀ ਦਾ ਸ਼ੌਕ ਹੈ ਕਿ ਬਿਲਕੁਲ ਬਟਨ ਅਪ ਗੋਰੇ ਲੱਗਣ, ਜਨਾਬ ਗੋਰਾ ਸਾਹਿਬ ਵਾਲੀ ਵਰਦੀ ਹੋਵੇ। ਉਹਨਾਂ ਨੇ ਇੱਥੇ ਪੁਲਿਸ ਵਾਲਿਆਂ ਨੂੰ ਉਹ ਵਰਦੀਆਂ ਪਵਾਈਆਂ। ਵਿੱਚੋਂ ਪੁਲਿਸ ਕਰਨ ਕੀ ਰਹੀ ਹੈ ਉਹ ਤੁਹਾਨੂੰ ਅੱਗੇ ਖਬਰ ਤੁਹਾਡੇ ਸਾਹਮਣੇ ਰੱਖਣੇ ਹੈ। ਲੇਕਿਨ ਇਹ ਡਾਲਫਨ ਪੁਲਿਸ ਦਾ ਹਾਲ ਤੁਹਾਨੂੰ ਇਹ ਦੱਸ ਦਈਏ ਕਿ 2016 'ਚ ਬਣੀ ਸੀ, 10 ਸਾਲ ਹੋ ਗਏ ਨੇ। ਹੁਣ ਇਸ ਵੇਲੇ ਸੂਰਤ ਹਾਲ ਹੈ ਕਿ ਇਹਨਾਂ ਨੂੰ 600 ਮਹਿੰਗੇ ਤਰੀਨ ਮੋਟਰਸਾਈਕਲ ਮੰਗਵਾ ਕੇ ਦਿੱਤੇ ਗਏ ਸਨ, ਕਰੋੜਾਂ ਰੁਪਈਆਂ ਦੇ, ਬਲਕਿ ਅਰਬਾਂ ਰੁਪਈਏ 'ਚ ਇਹ ਪਰਚੇਜ਼ ਹੋਈ ਸੀ ਕਿਉਂਕਿ ਉਹ ਹੈਵੀ ਬਾਈਕਸ ਨੇ। ਉਹਨਾਂ 600 ਚੋਂ 400 ਕਬਾੜ ਦੇ ਵਿੱਚ ਚਲੇ ਗਏ ਨੇ ਖਰਾਬ ਹੋ ਕੇ, ਉਹਨਾਂ ਦੀ ਮੁਰੰਮਤ ਵੀ ਕੋਈ ਨਹੀਂ ਕਰਾਈ, ਉਹਨਾਂ ਦਾ ਕੋਈ ਤੇਲ ਪਾਣੀ ਵੀ ਟਾਈਮ 'ਤੇ ਨਹੀਂ ਬਦਲਿਆ, ਉਹ ਖਰਾਬ ਹੋ ਕੇ ਫਾਰਗ ਹੋ ਗਏ ਨੇ। ਅੱਗੇ ਚਲੀਏ ਜੀ, ਇਹ ਭਾਰੀ ਮੋਟਰਸਾਈਕਲਾਂ ਨੇ, ਮਤਲਬ ਕਿ ਆਮ ਸਸਤੀਆਂ ਵਾਲੀਆਂ ਮੋਟਰਸਾਈਕਲਾਂ ਨਹੀਂ। ਉਸ ਤੋਂ ਇਲਾਵਾ 5 ਕਰੋੜ ਰੁਪਈਏ ਦਾ ਤੇਲ ਫੂਕਿਆ ਹੋਇਆ ਮੋਟਰਸਾਈਕਲਾਂ ਦੇ ਵਿੱਚ, ਕੋਈ ਜਾਲੀ ਬਿੱਲ ਹੋਣਗੇ, ਕੋਈ ਅਸਲ ਫੂਕਿਆ ਹੋਏਗਾ, ਜਿਹਦੇ ਵਾਜਬਾਤ ਨੇ ਇਸ ਪੁਲਿਸ ਦੇ ਉੱਤੇ। ਤਨਖਾਹਾਂ ਤਾਂ ਉਹਨਾਂ ਲੱਭ ਰਹੀਆਂ ਨੇ, ਲੇਕਿਨ ਹੁਣ ਇੱਕ ਤਾਂ ਮੋਟਰਸਾਈਕਲ 600 ਚੋਂ 400 ਕਬਾੜ ਚਲੇ ਗਏ। 5 ਕਰੋੜ ਦੇ ਉਹ ਨਾ ਦਹਿੰਦਾ ਨੇ, ਤੇਲ ਦੀਆਂ ਉਹਨਾਂ ਨੇ ਕੀਮਤਾਂ ਜਿਹੜੀਆਂ ਤੇਲ ਲਿਆ ਹੋਇਆ ਪੈਟਰੋਲ ਪੰਪਾਂ ਤੋਂ ਜਾਂ ਜਿੱਥੋਂ ਵੀ, ਉਹ ਵਾਪਸ ਨਹੀਂ ਕੀਤਾ। ਅਤੇ ਹੁਣ IG ਨੇ ਤਜਵੀਜ਼ ਦਿੱਤੀ ਹੈ ਕਿ ਡਾਲਫਨ ਪੁਲਿਸ ਨੂੰ ਬੰਦ ਕਰ ਦਿਓ, ਡਾਲਫਨ ਫੋਰਸ ਜਿਹੜੀ ਹੈ ਇਹਨੂੰ ਬੰਦ ਕਰ ਦਿਓ, ਔਰ ਇਹਨਾਂ ਦੀ ਜਿਹੜੀ ਨਫਰੀ ਉਹਨੂੰ ਥਾਣਿਆਂ 'ਚ ਤਾਇਨਾਤ ਕਰ ਦਿਓ, ਅਤੇ ਇਹਨਾਂ ਕੋਲੋਂ ਉਹ ਕੰਮ ਲਈਏ ਥਾਣਿਆਂ ਦੇ ਵਿੱਚ ਜਿਹੜੀ ਦੂਜੀ ਪੁਲਿਸ ਕਰ ਰਹੀ ਹੈ। ਉਹ ਕੀ ਕਰ ਰਹੀ, ਉਹ ਅੱਗੇ ਦੱਸਣੇ ਤੁਹਾਨੂੰ। ਇਹ ਸਾਡੀ ਹੁਕਮਰਾਨੀ ਹੈ ਸਾਰੀ ਦੀ ਸਾਰੀ ਇਹਨਾਂ ਟੱਬਰਾਂ ਦੀ। ਮੈਂ ਦੱਸਿਆ ਵੀ ਜਿਹੜਾ ਜਿੱਥੇ ਜਾਂਦਾ ਹੈ ਉੱਥੇ ਜੋ ਵੇਖਦਾ ਉਹ ਲਿਆ ਕੇ ਆਉਂਦਾ ਵੀ ਮੈਂ ਪਾਕਿਸਤਾਨ 'ਚ ਉਹ ਕਰਨਾ। ਨਾ ਕੋਈ ਤਹਿਕੀਕ ਕਰਦੇ ਨੇ, ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ, ਨਾ ਕੋਈ ਤਹਿਕੀਕ ਕਰਦੇ ਨੇ, ਨਾ ਕੁਝ ਸੋਚਦੇ ਨੇ, ਨਾ ਕੋਈ ਮਸ਼ਵਰਾ ਕਰਦੇ ਨੇ, ਔਰ ਉਹ ਕੰਮ ਕਰ ਦਿੰਦੇ ਨੇ ਕਿਉਂਕਿ ਕਿਹੜਾ ਘਰੋਂ ਪੈਸੇ ਲੱਗਣੇ ਨੇ। ਜਿਵੇਂ ਬਾਜੀ ਨੇ ਕੱਲ੍ਹ ਪਰਸੋਂ ਇੱਕ ਵੀਡੀਓ ਜਾਰੀ ਕੀਤੀ ਸੀ, ਬਾਜੀ ਨਵੇਂ ਜ਼ਰਾਫੇ ਲੈ ਆਈ ਹੈ, ਲੇਕਿਨ ਆਵਾਮ ਦਾ ਹਾਲ ਜਿਹੜਾ ਉਹ ਤੁਹਾਡੇ ਸਾਹਮਣੇ ਅਸੀਂ ਰੋਜ਼ ਹੀ ਰੱਖਦੇ। ਮਹਿੰਗਾਈ ਦਾ, ਕਸਮ ਪੁਰਸੀ ਦਾ, ਜੋ ਬਿਜਲੀ ਦੇ ਬਿੱਲਾਂ ਨੇ ਕਰ ਛੱਡਿਆ, ਜੋ ਕਿਸਾਨ ਨਾਲ ਕਰ ਛੱਡਿਆ, ਹਰ ਪਾਸੇ ਜੋ ਨਫਸਾ ਨਫਸੀ ਦਾ ਆਲਮ ਹੈ। ਅਤੇ ਹੁਣ ਇਹ ਡਾਲਫਨ ਫੋਰਸ ਦਾ ਹਾਲ ਵੀ ਸੁਣ ਲਓ। ਅੱਗੇ ਚਲੋ, ਇੱਥੇ ਨਾ ਗੱਲ ਕਿਤੇ ਮੁੱਕ ਜਾਏ। ਲਾਹੌਰ ਟਾਊਨਸ਼ਿਪ ਥਾਣੇ ਦੇ ਵਿੱਚ 2 ਖਵਾਤੀਨ ਨੂੰ ਫੜ ਕੇ ਲਿਆਂਦਾ ਗਿਆ। ਉਹਨਾਂ ਨੂੰ ਲਿਆ ਕੇ ਸਾਰੀ ਰਾਤ ਥਾਣੇ ਦੇ ਵਿੱਚ ਉਹਨਾਂ 'ਤੇ ਤਸ਼ੱਦਦ ਕੀਤਾ, ਜਾਂ ਜਿੰਨਾ ਵੇਲਾ ਵੀ ਕੀਤਾ। ਜਿਸ ਵੇਲੇ ਉਹ ਤਸ਼ੱਦਦ ਤੋਂ ਬਾਅਦ ਅਦਮੂਈਆਂ ਹੋ ਗਈਆਂ, ਇੱਥੋਂ ਤੱਕ ਵੀ ਦੱਸਿਆ ਗਿਆ ਵੀ ਨੰਗਾ ਕਰਕੇ ਉਹਨਾਂ ਨੂੰ ਮਾਰਿਆ ਗਿਆ, ਇਹ ਕਲੇਮ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਉਹ ਅਦਮੂਈਆਂ ਹੋ ਗਈਆਂ ਤਾਂ ਉਹਨਾਂ ਨੂੰ ਹਸਪਤਾਲ ਲੈ ਗਏ। ਇੱਕ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਵਫਾਤ ਪਾ ਚੁੱਕੀ ਸੀ ਤਸ਼ੱਦਦ ਦੀ ਵਜ੍ਹਾ ਤੋਂ, ਅਤੇ ਦੂਜੀ ਖਾਤੂਨ ਜਿਹੜੀ ਸੀ ਉਹ ਵਿਚਾਰੀ ਉੱਥੇ ਜਾ ਕੇ ਥੋੜ੍ਹੀ ਦੇਰ ਤੋਂ ਬਾਅਦ ਉਹਦੀ ਵਫਾਤ ਹੋ ਗਈ, ਮਤਲਬ ਦੋਨੋਂ ਫੌਤ ਹੋ ਗਈਆਂ। ਹੁਣ ਪੁਲਿਸ ਨੇ ਉਹਦੇ ਉੱਤੇ ਵਰਜਨ ਕੀ ਦਿੱਤਾ? ਪੁਲਿਸ ਨੇ ਕਿਹਾ ਕਿ ਇਹ ਦੋਨੋਂ ਖਵਾਤੀਨ ਨਸ਼ਈ ਸਨ, ਚੋਰੀਆਂ ਕਰਦੀਆਂ ਸਨ, ਡਾਕੇ ਮਾਰਦੀਆਂ ਸਨ, ਆਦੀ ਮੁਜਰਮ ਸਨ।
ਇਹਨਾਂ ਨੇ ਨਸ਼ੇ ਦੀ ਬਹੁਤਾਤ ਕੀਤੀ ਹੋਈ ਸੀ, ਅਬਿਊਜ਼ ਕੀਤਾ ਹੋਇਆ ਸੀ, ਨਸ਼ਾ ਜ਼ਿਆਦਾ ਕੀਤਾ ਹੋਇਆ ਸੀ, ਉਹਦੀ ਬਹੁਤਾਤ ਦੀ ਵਜ੍ਹਾ ਤੋਂ ਇਹ ਮਰ ਗਈਆਂ। ਅੱਛਾ, ਇਹ ਪਾਕਿਸਤਾਨ ਦੇ ਵਿੱਚ ਬੜਾ ਆਰਾਮ ਦੇ ਆਸਾਨ ਕੰਮ ਹੈ। ਉਹੀ ਜੋ ਸ਼ਫੀ ਜਾਨ ਕੋਲੋਂ ਪੁੱਛਿਆ ਵੀ ਤੁਸੀਂ 27 ਸਤੰਬਰ ਦੀ ਡੇਟ ਕਿਉਂ ਦਿੱਤੀ, ਤਾਂ ਉਹਨੇ ਕਿਹਾ ਜੀ ਗਿੱਲ ਸਾਹਿਬ ਜਿਹੜੇ ਚੋਰੀ ਕਰਦੇ ਰਹੇ ਨੇ। ਉਹਨੇ ਉਹ ਗੱਲ ਦਾ ਜਵਾਬ ਨਹੀਂ ਦਿੱਤਾ ਵੀ ਅਸੀਂ 27 ਸਤੰਬਰ ਦੀ ਡੇਟ ਕਿਉਂ ਦਿੱਤੀ ਹੈ। ਉਹਨਾਂ ਜਾ ਜਨਾਬ ਵਾਲਾ ਗਿੱਲ ਸਾਹਿਬ ਦੇ ਉਹਨਾਂ ਕਿਹਾ ਜੀ ਇਹਨਾਂ ਨੂੰ ਨਾ ਗਿੱਲ ਸਾਹਿਬ ਦੇ ਉੱਤੇ ਜ਼ਰਾ ਉਹ ਜਿਵੇਂ ਪਹਿਲਾਂ ਬੱਕਰੀ ਚੋਰੀ ਦਾ ਮੱਝ ਚੋਰੀ ਦਾ ਕੇਸ ਹੁੰਦਾ ਸੀ ਨਾ, ਉਵੇਂ ਦਾ ਹੁਣ ਅੱਜ ਕੱਲ੍ਹ ਇਸ ਤਰ੍ਹਾਂ ਦੇ ਚੋਰੀ ਦਾ ਉਹਦੇ 'ਤੇ ਕੇਸ ਪਾ ਦਿਓ ਬੰਦੇ ਨੂੰ ਬਦਨਾਮ ਕਰਨ ਲਈ, ਇਹ ਗੱਲ ਸ਼ੁਰੂ ਕਰ ਦਿਓ। ਉਹਨਾਂ ਉਹ ਕਰ ਦਿੱਤੀ। ਅਸਲ ਗੱਲ ਦਾ ਜਵਾਬ ਨਹੀਂ। ਪੁਲਿਸ ਇੱਥੇ ਕੀ ਕਹਿੰਦੀ ਹੈ? ਪੁਲਿਸ ਕਹਿੰਦੀ ਹੈ ਕਿ ਇਹਨਾਂ ਨੇ ਨਸ਼ਾ ਕੀਤਾ। ਅੱਛਾ, ਅਗਰ ਨਸ਼ਾ ਕੀਤਾ ਸੀ ਔਰ ਅਜ਼ਾਫੀ ਨਸ਼ਾ ਕੀਤਾ ਸੀ ਤਾਂ ਜਦੋਂ ਤੁਸੀਂ ਫੜੀਆਂ ਉਦੋਂ ਨਸ਼ੇ ਜ਼ਾਹਿਰ ਹੈ ਤੁਹਾਡੇ ਕੋਲ ਆ ਕੇ ਤਾਂ ਨਹੀਂ ਕੀਤਾ ਨਾ, ਤੁਸੀਂ ਤਾਂ ਨਹੀਂ ਕਰਵਾਇਆ। ਜਿਸ ਵੇਲੇ ਫੜੀਆਂ ਉਸ ਵੇਲੇ ਉਹਨਾਂ ਨੇ ਨਸ਼ਾ ਜ਼ਿਆਦਾ ਕੀਤਾ ਸੀ ਤਾਂ ਤੁਸੀਂ ਉਦੋਂ ਹਸਪਤਾਲ ਕਿਉਂ ਨਹੀਂ ਲੈ ਕੇ ਗਏ? ਤੁਹਾਨੂੰ ਤਾਂ ਉਹਨਾਂ ਦਾ ਮੁਲਾਜ਼ਾ ਕਰਵਾਉਣਾ ਚਾਹੀਦਾ ਸੀ, ਮਤਲਬ ਕਿ ਮੈਡੀਕਲ, ਹਸਪਤਾਲ ਖੜਨਾ ਚਾਹੀਦਾ ਸੀ, ਮੈਡੀਕਲ ਸਰਟੀਫਿਕੇਟ ਲਾ ਕੇ ਉਹਨਾਂ ਦੇ ਉੱਤੇ ਇੱਕ ਹੋਰ ਪਰਚਾ ਦੇਣਾ ਚਾਹੀਦਾ ਸੀ ਵੀ ਇਹਨਾਂ ਨਸ਼ਾ ਵੀ ਕੀਤਾ ਹੈ। ਤੁਸੀਂ ਥਾਣੇ ਖੜ੍ਹ ਕੇ ਕੁੱਟਦੇ ਕਿਉਂ ਰਹੇ ਉਹਨਾਂ ਨੂੰ? ਇਹ ਪੁਲਿਸ ਦੀ ਹਾਲਤ ਹੈ। ਇਹ ਦਰਿੰਦਾ ਪੁਲਿਸ ਬਣਾ ਦਿੱਤੀ ਹੈ। ਔਰ ਇਹਦੇ ਵਿੱਚ ਲੋਕਾਂ ਨੇ ਆਖਣਾ ਜੀ ਇਹ ਮਰੀਮ ਨਵਾਜ਼ ਵਿਚਾਰੀ ਮੈਂ ਜਦੋਂ ਕਹਿੰਦਾ ਉਹ ਕੋਈ ਵਿਚਾਰੇ ਦੇ ਤਰੀਕੇ ਨਾਲ ਨਹੀਂ ਕਹਿੰਦਾ, ਬਸ ਉਹ ਨਕੰਮੀ ਦੇ ਤੌਰ 'ਤੇ ਕਹਿੰਦਾ। ਉਹਨੇ ਕੀ ਕਰਨਾ ਹੈ? ਇਹ ਤੇ ਦਰਿੰਦਾ ਬਣਾਈ ਹੈ ਪੁਲਿਸ ਚੌਧਰੀ ਨਿਜ਼ਾਮਦੀਨ ਨੇ। ਉਹਨਾਂ ਨੇ PTI ਦੇ ਉੱਤੇ ਜ਼ੁਲਮ, ਜਦੋਂ ਜ਼ਿਲ੍ਹੇ ਸ਼ਾਹ ਵਰਗੇ ਮਾਸੂਮ ਨੂੰ ਕਤਲ ਕਰਵਾਇਆ ਹੈ ਇਸੇ ਪੁਲਿਸ ਦੇ ਕੋਲੋਂ, ਤਾਂ ਫਿਰ ਬਾਅਦ ਦੇ ਵਿੱਚ ਕਿਹੜੀਆਂ ਹਦੂਦ ਰਹਿ ਗਈਆਂ? ਇਹ ਹੁਣ ਪੁਲਿਸ ਇੰਨੀ ਦਰਿੰਦਾ ਹੋ ਗਈ ਹੈ ਕਿ ਉਹ ਖਵਾਤੀਨ ਦੇ ਉੱਤੇ ਵੀ ਤਸ਼ੱਦਦ ਕਰਦੇ ਨੇ, ਜ਼ੁਲਮ ਕਰਦੇ ਨੇ। ਔਰ ਅਗਰ ਕੋਈ ਪੁੱਛਦਾ ਹੈ ਕਿ ਕਿਉਂ ਕੀਤਾ ਹੈ ਤੇ ਉਹਦਾ ਜਵਾਬ ਦੇਣ ਦੀ ਬਜਾਏ ਪਤਾ ਕੀ ਕਹਿੰਦੇ ਨੇ ਵੀ ਇਹ ਨਸ਼ੇ ਦੀ ਆਦੀ ਸੀ, ਆਦੀ ਮੁਜਰਮ ਸੀ। ਬਾਏ ਆਦੀ ਦਾ ਲਫ਼ਜ਼ ਨਾਲ ਲਾ ਕੇ ਤੇ ਉਹਨੂੰ ਮਾਰ ਦਿਓ। ਬਈ ਅਗਰ ਆਦੀ ਮੁਜਰਮ ਸੀ ਫਿਰ ਵੀ ਤੁਸੀਂ ਕੁੱਟ ਮਾਰ ਦੇਣੀ ਸੀ। ਇਹ ਕਿਹੜਾ ਤਰੀਕਾ ਹੈ? ਕਿਸੇ ਨੂੰ ਮਾਰ ਛੱਡੋ, ਉਸ ਤੋਂ ਬਾਅਦ ਕਹੋ ਇਹ ਆਦੀ ਮੁਜਰਮ ਸੀ। ਸ਼ਾਬਾਸ਼ ਹੈ ਬਈ। ਅੱਗੇ ਚਲੋ ਜੀ। CCD ਵਾਲਿਆਂ ਨੇ ਮੇਰੇ ਪੁੱਤਰ ਨੂੰ ਫੋਨ ਕੀਤਾ, ਮਿਠਾਈ ਦੇ ਪੈਸੇ ਲੈ ਆ, ਜਲਦੀ ਤੇ ਤੈਨੂੰ ਕੇਸ ਦੇ ਵਿੱਚੋਂ ਫਾਰਗ ਕਰ ਦਿੰਦੇ, ਤੈਨੂੰ ਬੇਗੁਨਾਹ ਕਰ ਦਿੰਦੇ, ਤੈਨੂੰ ਬਰੀ ਕਰ ਦਿੰਦੇ। ਪੁੱਤਰ ਵਿਚਾਰਾ ਘਰੋਂ ਕਰਪਸ਼ਨ ਰਿਸ਼ਵਤ ਦੇਣ ਵਾਸਤੇ ਪੈਸੇ ਲੈ ਕੇ ਮਾਂ ਕੋਲੋਂ ਥਾਣੇ ਭੱਜਦਾ। ਉਸ ਤੋਂ ਬਾਅਦ ਅੱਜ ਤੱਕ ਪੁੱਤਰ ਵਾਪਸ ਨਹੀਂ ਆਉਂਦਾ। ਮਾਂ ਹੁਣ ਕੁਰਲਾਉਂਦੀ ਫਿਰਦੀ ਹੈ ਕਿ ਰੱਬ ਦਾ ਵਾਸਤਾ ਮੇਰਾ ਪੁੱਤਰ ਵਾਪਸ ਲਿਆ ਦਿਓ। ਇਹ ਅਕਬਰ ਖੋਸੇ ਦੀ ਕਹਾਣੀ ਹੈ। ਅਕਬਰ ਖੋਸੇ ਨੂੰ CCD ਵਾਲਿਆਂ ਨੇ ਕਿਹਾ, ਡੇਰਾ ਗਾਜ਼ੀ ਖਾਨ, ਕਿ ਫੌਰੀ ਤੌਰ 'ਤੇ ਆ ਜਾ ਪੈਸੇ ਲੈ ਕੇ ਮਠਿਆਈ ਦਾ ਮਤਲਬ ਅਸੀਂ ਮਠਿਆਈ ਲੈਣੀ ਹੈ, ਮਤਲਬ ਕਿ ਰਿਸ਼ਵਤ ਦੇ ਪੈਸੇ ਲੈ ਆ ਤੇ ਤੈਨੂੰ ਇਸ ਕੇਸ ਦੇ ਵਿੱਚੋਂ ਬੇਗੁਨਾਹ ਕਰ ਦਿੰਦੇ। ਉਹ ਲੈ ਕੇ ਗਿਆ। ਮਾਂ ਆਂਦੀ ਹੈ ਵੀ ਉਹਦੇ ਕੋਲੋਂ ਪੈਸੇ ਵੀ ਲੈ ਲਏ ਤੇ ਉਹਨੂੰ ਪੁਲਿਸ ਮੁਕਾਬਲੇ 'ਚ ਪਾਰ ਵੀ ਕਰ ਦਿੱਤਾ। ਮਾਂ ਦਾ ਸ਼ਿਕਵਾ ਹੈ ਕਿ ਰਕਮ ਲੈਣ ਤੋਂ ਬਾਅਦ ਵੀ ਮੇਰੇ ਪੁੱਤਰ ਨੂੰ ਮਾਰ ਦਿੱਤਾ। ਮੈਂ ਕੁਝ ਨਹੀਂ ਜਾਣਦੀ, ਮੇਰਾ ਇੱਕੋ ਹੀ ਪੁੱਤਰ ਸੀ, ਮੈਂ ਉਸ ਤੋਂ ਬਗੈਰ ਕਿਵੇਂ ਜੀਵਾਂਗੀ, ਮੈਨੂੰ ਮੇਰਾ ਪੁੱਤਰ ਵਾਪਸ ਲਿਆ ਕੇ ਦਿਓ। ਇਹ CCD ਦੀ ਪੁਲਿਸ ਜਿਹੜੀ ਹੈ ਇਹ ਲੋਕਾਂ ਦੇ ਨਾਲ ਕਰ ਰਹੀ ਹੈ, ਕਿਉਂਕਿ ਇਹ ਖੋਸਾ ਵੀ ਮਾੜਾ ਹੈ ਵਿਚਾਰਾ, ਇਹ ਅਕਬਰ ਖੋਸਾ ਵੀ ਮਾੜਾ ਹੈ। ਵਰਨਾ ਤੁਸੀਂ ਵੇਖੋ ਇਸਾਕ ਡਾਰ ਦੇ ਜਿਹੜੇ ਪੁੱਤਰ ਨੇ, ਨਵਾਸਾ ਸਾਹਿਬ ਨੇ, ਉਹਨਾਂ ਬਾਹਰੋਂ ਖਵਾਤੀਨ ਨੂੰ ਲਿਆ ਕੇ ਇੱਥੇ ਗੈਂਗ ਰੇਪ ਕੀਤਾ, ਉਹਨਾਂ ਕੋਲੋਂ ਭੱਤਾ ਵੀ ਲਿਆ ਤੇ ਉਹਨਾਂ ਨੂੰ ਕੋਈ ਪੁਲਿਸ ਮੁਕਾਬਲੇ ਨਹੀਂ। ਮੈਂ ਨਹੀਂ ਆਂਦਾ ਵੀ ਹੋਣੇ ਚਾਹੀਦੇ ਨੇ ਉਹਨਾਂ ਦੇ, ਲੇਕਿਨ ਵੇਖ ਲਓ ਕੇਸ ਹੀ ਗਾਇਬ ਹੋ ਗਿਆ ਸਾਰਾ ਮੰਜ਼ਰ ਆਮ ਤੋਂ। ਹੁਣ ਥੋੜ੍ਹੀ ਦੇਰ ਤੋਂ ਬਾਅਦ ਉਹਦੀ ਜ਼ਮਾਨਤ ਵੀ ਹੋ ਜਾਏਗੀ। ਇੱਕ ਤਗੜੇ ਲਈ ਕਾਨੂੰਨ ਹੈ ਇਸ ਮੁਲਕ ਦੇ ਵਿੱਚ, ਇੱਕ ਮਾੜੇ ਲਈ ਕਾਨੂੰਨ ਹੈ। ਮਾੜੇ ਨੇ ਕੋਈ ਜੁਰਮ ਨਹੀਂ ਵੀ ਕੀਤਾ ਤਾਂ ਉੱਤੇ ਪਾ ਦਿਓ, ਕਦੀ ਨੇਫੇ 'ਚ ਕੁਛ ਪਾ ਦਿਓ, ਕਦੀ ਕਿਸੇ ਹੋਰ ਜਗ੍ਹਾ 'ਤੇ ਪਾ ਦਿਓ। ਮਾੜੇ ਦਾ ਜਿਹੜਾ ਪੁੱਤਰ ਹੈ, ਮਤਲਬ ਹੁਣ ਹਾਲਤ ਇਹ ਹੈ ਕਿ ਅਗਰ ਕੋਈ ਮਾੜਾ ਮੁੰਡਾ ਕਿਸੇ ਤਗੜੇ ਦੀ ਧੀ ਨੂੰ ਪਸੰਦ ਕਰ ਲੈ, ਮੀਨ ਕਾਲਜ 'ਚ ਪੜ੍ਹਦੇ ਹੋਣ ਨਾਲ, ਤੇ ਤਗੜਾ ਬੰਦਾ ਪੁਲਿਸ ਨੂੰ ਪੈਸੇ ਦੇ ਕੇ ਉਹਦੇ ਨੇਫੇ 'ਚ ਪਿਸਤੌਲ ਚਲਵਾ ਦਿੰਦਾ ਹੈ ਕਿ ਲੈ ਪੁੱਤਰ। ਤੇ ਅਸੀਂ ਜਦੋਂ ਇਹ ਖਬਰਾਂ ਆਉਂਦੀਆਂ ਨੇ ਬੰਦੇ ਬੜੇ ਰਾਜ਼ੀ ਹੁੰਦੇ ਨੇ, ਬਈ ਬੜਾ ਚੰਗਾ ਕੰਮ ਕੀਤਾ ਹੈ। ਇਹ ਅਸਲ ਦੇ ਵਿੱਚ ਉਦੋਂ ਹੀ ਤੁਹਾਡੀ ਪਛਾਣ ਹੁੰਦੀ ਹੈ ਕਿ ਤੁਸੀਂ ਕਾਨੂੰਨ 'ਤੇ ਚੱਲਣ ਵਾਲੇ ਹੋ ਕਿ ਨਹੀਂ। ਮਿਸਾਲ ਦਿੰਦਾ, ਸਪੇਨ ਹੋਵੇ, ਬਰਤਾਨੀਆ ਹੋਵੇ, ਉੱਥੇ ਕਈ ਵਾਰੀ ਇਮੀਗ੍ਰੈਂਟ ਜਿਹੜੇ ਨੇ ਕੋਈ ਜੁਰਮ ਕਰ ਦਿੰਦੇ ਨੇ। ਜੁਰਮ ਮਸਲਨ ਕਿਸੇ ਦੀ ਇੱਜ਼ਤ ਲੁੱਟ ਲਈ, ਕਿਸੇ ਨੂੰ ਕਤਲ ਕਰ ਛੱਡਿਆ। ਉੱਥੇ ਜਿਹੜੇ ਨਫ਼ਰਤ ਕਰਨ ਵਾਲੇ ਲੋਕ ਹੁੰਦੇ ਨੇ ਉਹ ਕਹਿੰਦੇ ਨੇ ਕਿ ਇਸ ਜੁਰਮ ਦੀ ਵਜ੍ਹਾ ਤੋਂ ਇੱਥੇ ਆਏ ਹੋਏ ਇਮੀਗ੍ਰੈਂਟ, ਮਤਲਬ ਗੈਰ ਮੁਲਕੀ ਜਿਹੜੇ ਆਏ ਨੇ, ਕੋਈ ਪਾਕਿਸਤਾਨ ਤੋਂ ਉੱਥੇ ਲੋਕ ਗਏ ਨੇ, ਕੋਈ ਇੰਡੀਆ ਤੋਂ, ਬੰਗਲਾਦੇਸ਼ ਤੋਂ, ਇਹਨਾਂ ਸਾਰਿਆਂ ਨੂੰ ਇੱਥੋਂ ਕੱਢ ਦਿਓ, ਇਹ ਸਾਡੇ ਆ ਕੇ ਜੁਰਮ ਕਰਦੇ ਨੇ। ਲੇਕਿਨ ਉਸ ਵੇਲੇ ਜਿਨ੍ਹਾਂ ਦੇ ਹਵਾਸ ਕਾਇਮ ਹੁੰਦੇ ਨੇ ਨਾ, ਜਿਨ੍ਹਾਂ ਦਾ ਦਿਲ ਅਤੇ ਦਿਮਾਗ ਇਨਸਾਨੀਅਤ ਦੇ ਨਾਲ ਭਰਿਆ ਹੋਇਆ ਹੁੰਦਾ ਹੈ, ਉਹ ਉੱਥੇ ਖਲੋ ਕੇ ਕਹਿੰਦੇ ਨੇ ਵੀ ਨਹੀਂ, ਜਿਹਨੇ ਕਸੂਰ ਕੀਤਾ ਉਹਨੂੰ ਸਜ਼ਾ ਦਿਓ, ਦੂਜੇ ਨੂੰ ਕਿਉਂ ਦਿੰਦੇ ਜੇ। ਇਹ ਜਿਹੜੀ ਮਾਵਰਾਏ ਅਦਾਲਤ ਸਜ਼ਾਵਾਂ ਹੁੰਦੀਆਂ ਨੇ ਨਾ, ਇਹਨਾਂ ਦੇ ਉੱਤੇ ਕਦੇ ਖੁਸ਼ ਨਹੀਂ ਹੋਈਦਾ,
ਜੁਰਮ ਜਿਹੋ ਜਿਹਾ ਮਰਜ਼ੀ ਭੈੜਾ ਹੋਵੇ, ਸਾਡੇ ਇੱਕ ਜੁਰਮ ਕਿਸੇ ਨੇ ਬਹੁਤ ਭੈੜਾ ਕਰ ਦਿੱਤਾ ਨਾ, ਤੇ ਅਸੀਂ ਆਨੇ ਬਸ ਇਹਨੂੰ ਹੁਣ ਬੇਸ਼ੱਕ ਲੂਹ ਦਿਓ, ਅਸੀਂ ਤੁਹਾਡੇ ਨਾਲ ਹੈ। ਉਹ ਬਈ ਉਹਨੂੰ ਤੇ ਲੂਹ ਦਿਓ ਜਿਹੜੇ ਉਹਦੇ ਨਾਲ ਬਾਅਦ ਦੇ ਵਿੱਚ 10 ਬੇਗੁਨਾਹ ਪੈਸੇ ਲੈ ਕੇ ਉਹਨਾਂ ਨੇ ਲੂਹਣੇ ਨੇ, ਜਿਸ ਵੇਲੇ ਰਿਵਾਜ ਬਣ ਜਾਣਾ ਉਹਦਾ ਕੀ ਬਣੇਗਾ। ਇਸ ਲਈ ਮਾਸ਼ਰਾ ਇਨਸਾਫ ਦੇ ਨਿਜ਼ਾਮ ਨਾਲ ਹੀ ਚੱਲਦਾ ਹੈ। ਇਸੇ ਲਈ ਅੱਲਾ ਨੇ ਹਦੂਦੋ ਕਯੂਦ ਮੁਕਰਰ ਕੀਤੀਆਂ ਨੇ ਔਰ ਸਜ਼ਾਵਾਂ ਮੁਕਰਰ ਕੀਤੀਆਂ ਨੇ, ਔਰ ਉਹਨਾਂ ਸਜ਼ਾਵਾਂ ਦਾ ਪ੍ਰੋਸੈਸ, ਅਦਾਲਤ, ਕਾਜ਼ੀ, ਉਹ ਸਾਰਾ ਪ੍ਰੋਸੈਸ ਜਿਹੜਾ ਇੱਕ ਬਣਾਇਆ ਹੋਇਆ। ਅੱਗੇ ਚੱਲਨੇ ਜੀ। ਲਾਹੌਰ ਦੇ ਵਿੱਚ ਬਾਜੀ ਵਾਲੀ ਸੂਰਤ ਹਾਲ ਹੋ ਗਈ ਹੈ। ਜੋ ਬਾਜੀ ਦਾ ਰਿਜ਼ਲਟ ਸੀ ਉਹ ਲਾਹੌਰ ਦੇ ਮੈਟ੍ਰਿਕ ਦੇ ਨਤਾਇਜ ਦਾ ਸਾਰਿਆਂ ਦਾ ਰਿਜ਼ਲਟ ਆ ਗਿਆ, ਟਨਾ ਟਨ ਕੰਮ ਹੋ ਗਿਆ। ਲਓ ਜੀ, ਹੁਣ ਲਾਹੌਰ ਦੇ ਵਿੱਚ ਸਾਰੇ ਆਪਣੇ ਆਪਣੇ ਮਾਂ ਪਿਓ ਤਿਆਰ ਹੋ ਜਾਓ, ਕਿਉਂਕਿ ਕਈਆਂ ਦੇ ਬੱਚੇ ਜਿਹੜੇ ਨੇ ਉਹ ਹੁਣ ਵਜ਼ੀਰ ਆਲਾ ਬਣ ਸਕਦੇ ਨੇ। ਕਿਉਂ ਜੀ? ਲਾਹੌਰ ਦੇ ਵਿੱਚ 2,82,308 ਉਮੀਦਵਾਰਾਂ ਨੇ ਸ਼ਿਰਕਤ ਕੀਤੀ। 1 ਲੱਖ ਉਮੀਦਵਾਰ ਜਿਹੜਾ ਉਹ ਫੇਲ ਹੋ ਗਿਆ। ਕਿੰਨਾ ਜੀ? 1 ਲੱਖ ਕਿੰਨੇ ਚੋਂ? 2,82,000 ਚੋਂ 282,000, ਉਹਨਾਂ ਚੋਂ 100,000 ਜਿਹੜੇ ਨੇ ਉਹ ਫੇਲ ਹੋ ਗਏ। ਮੈਂ ਕਿਹਾ ਕਰ ਲਓ ਗੱਲ। ਔਰ ਇਹ ਮਾਸ਼ਾਅੱਲਾ ਸਾਡੇ ਉਹ ਬੱਚੇ ਨੇ, ਪਹਿਲੇ ਯਾਦ ਰੱਖਣਾ ਆਪਣੇ ਤੁਸੀਂ ਸਾਰਿਆਂ ਨੇ, ਕਿ 2,60,00,000 ਬੱਚਾ ਜਿਹੜਾ ਹੈ ਉਹ ਸਕੂਲਾਂ ਤੋਂ ਬਾਹਰ ਹੈ, ਉਹ ਸਕੂਲਾਂ 'ਚ ਨਹੀਂ ਹੈ। 2,60,00,000 ਬੱਚਾ ਸਕੂਲਾਂ ਤੋਂ ਬਾਹਰ ਹੈ। ਇਹ ਸਾਡੀ ਨਹੀਂ, ਹਕੂਮਤ ਦੀ ਆਪਣੀ ਰਿਪੋਰਟ ਹੈ। ਤੇ ਜਿਹੜੇ ਅੰਦਰ ਨੇ ਉਹਨਾਂ 'ਚੋਂ ਆਪੇ ਵੇਖ ਲਓ, ਪਰਸੈਂਟੇਜ ਕੱਢ ਲਓ ਕਿੰਨੇ ਜਿਹੜੇ ਫੇਲ ਹੋਈ ਜਾਂਦੇ ਨੇ। ਇਹ ਤਾਲੀਮ ਦਾ ਹਾਲ ਜੇ, ਇਹ ਲੈਵਲ, ਇਹ ਮੈਟ੍ਰਿਕ ਹੈ। ਕੋਈ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਮਾਸਟਰ ਡਿਗਰੀ 'ਚ ਨਹੀਂ ਕੀਤਾ ਕੁਝ, ਇਹ ਮੈਟ੍ਰਿਕ ਹੈ। ਉੱਥੇ ਇੰਨਾ ਬੱਚਾ ਫੇਲ ਹੋ ਗਿਆ ਤੇ ਇਹ ਸਕੂਲਾਂ ਦੀ ਹਾਲਤ ਹੈ। ਤੇ ਦੂਜੇ ਪਾਸੇ ਅਗਰ ਇਹਨਾਂ ਨੂੰ ਪੁੱਛੋ ਤੇ ਇਹ ਕਹਿੰਦੇ ਨੇ ਮਰੀਮ ਨਵਾਜ਼ ਨੇ ਤਾਲੀਮ ਦੇ ਮੈਦਾਨ ਦੇ ਵਿੱਚ ਝੰਡੇ ਗੱਡ ਦਿੱਤੇ ਨੇ। 35 ਅਰਬ ਰੁਪਈਆ ਜਦੋਂ ਜਹਾਜ਼ ਲਿਆ ਬਾਜੀ ਨੇ, ਉਸੇ ਮਹੀਨੇ 35 ਅਰਬ ਰੁਪਈਆ ਸਕੂਲਾਂ 'ਚੋਂ ਵੀ ਬਾਹਰ ਕੱਢਿਆ, ਮਤਲਬ ਤਾਲੀਮ ਦੇ ਬਜਟ 'ਚੋਂ ਵੀ ਔਰ ਸਿਹਤ ਦੇ ਬਜਟ 'ਚੋਂ ਵੀ, ਔਰ ਜਹਾਜ਼ ਲੈ ਲਿਆ। ਸਕੂਲ ਠੇਕੇ 'ਤੇ ਕਰੀ ਜਾ ਰਹੀ ਹੈ ਬਾਜੀ। ਹੁਣ ਰੱਖਨੇ ਤੁਹਾਡੇ ਸਾਹਮਣੇ ਜ਼ਰਾ ਅਗਲੀ ਖਬਰ। ਸਹਾਫਤ ਕਿੱਥੇ ਅਪਣਾ ਦਿੱਤੀ। ਇੱਕ ਪਾਸੇ ਤੇ ਅਜ਼ਮਾ ਬੁਖਾਰੀ ਸਾਹਿਬਾ ਕਹਿੰਦੇ ਨੇ ਵੀ ਸਹਾਫੀ ਕੌਣ ਹੈ? ਜਿੰਨੇ 500-600 ਦਾ ਹਾਲ ਰੋਡ ਤੋਂ ਜਾ ਕੇ ਮਾਈਕ ਖਰੀਦ ਲਿਆ ਉਹ ਸਹਾਫੀ ਬਣ ਗਿਆ, ਉਹ ਕਹਿੰਦੇ ਨੇ। ਉਹਨਾਂ ਕੀ ਕਿਹਾ ਆਪੇ सुन लो। हमें आप बताएं कि आपके मुताबिक सहाफ़ी कौन होता है? क्या जिस भी राह चलते के पास एक अदर टेलीफोन है जिसके अंदर कैमरा है और उसने एक माइक खरीद लिया 500-600 रुपए का हॉल रोड से, और अब उसके पास उसको आप सहाफ़ी मान लें, उसको आप कहें कि अब वो जो भी कह रहा है वो सहाफ़त है, तो इसका फैसला मेरा ख्याल है कि आप ज़्यादा बेहतर कर सकते हैं। सुन लिया जी। ਹਾਲਾਂਕਿ ਭੈਣ ਸਾਡੀ ਨੂੰ ਇਹ ਨਹੀਂ ਪਤਾ ਵੀ ਆਪ ਵੀ ਤੇ ਇਵੇਂ ਹੀ ਭੈਣ ਸਾਡੀ ਫਿਰਦੀ ਤੁਰਦੀ ਸੜਕਾਂ ਦੇ ਉੱਤੇ ਜਿਹੜੀ ਉਹ ਵਜ਼ੀਰ ਬਣ ਗਈ ਹੈ। ਆਪ ਕਿਹੜਾ ਖੁਦਾ ਨਾ ਖਾਸਤਾ, ਮੈਂ ਜਾਣ ਕੇ ਖੁਦਾ ਨਾ ਖਾਸਤਾ ਦਾ ਲਫ਼ਜ਼ ਇੱਥੇ ਬਣਦਾ ਨਹੀਂ ਪਰ ਇਸਤੇਮਾਲ ਕਰ ਰਹੇ ਹਾਂ। ਆਪ ਹਜ਼ੂਰ ਕਿਹੜਾ ਕਿੰਗ ਕਾਲਜ ਦੇ ਵਿੱਚ ਪੜ੍ਹਾਉਂਦੇ ਸਨ ਕਿ ਕਿੰਗਸ ਕਾਲਜ ਦੇ ਵਿੱਚ ਜਨਾਬ ਮੁਹਤਰਮਾ ਜਿਹੜੇ ਨੇ ਉਹ ਜਾ ਕੇ ਉੱਥੇ ਲੈਕਚਰ ਦਿੰਦੇ ਸਨ। ਆਪ ਪਤਾ ਨਹੀਂ ਕਿਹੜੀ ਕਾਬਲੀਅਤ ਦੇ ਝੰਡੇ ਸਵਾਏ ਚਾਂ ਕਰਨ ਤੋਂ ਆਪ ਤੇ ਕੋਈ ਕਾਬਲੀਅਤ ਨਹੀਂ ਸੀ। ਤੇ ਜੇ ਵਜ਼ੀਰ ਬਣ ਸਕਦੇ ਤਾਂ ਸਹਾਫੀ ਕਿਉਂ ਨਹੀਂ ਆਮ ਬੰਦਾ ਬਣ ਸਕਦਾ? ਲੇਕਿਨ ਅਗਲੇ ਪਾਸੇ ਵੇਖ ਲਓ, ਜਿਹੜੇ ਇਹਨਾਂ ਨੇ ਸਹਾਫੀ ਰੱਖੇ ਨੇ, ਪਤਾ ਨਹੀਂ 9 ਲੱਖ ਰੁਪਈਆ ਤਨਖਾਹ ਦਿੰਦੇ ਨੇ PTV ਤੇ ਕਿ ਕਿੰਨੇ, ਉਹਨਾਂ ਦੀ ਸਹਾਫਤ ਕੀ ਹੈ ਉਹ ਜ਼ਰਾ ਇਹ ਇੱਕ ਵੇਖ ਲਓ ਕਿ ਉਹ ਸਹਾਫਤ ਦੇ ਵਿੱਚ ਕੀ ਕਵਰ ਕਰਦੇ ਨੇ। ਇਹ ਵੇਖੋ। आला हिसार की एक अहम मुकाम पर मैं आपको ले आया हूँ। ये मुकाम है फांसी घाट। मतलब ऐसा मुकाम कि जहां पर पुराने अतवार में जिसको वो समझते थे कि ये रियासत का या उन हुक्मरानों के खिलाफ काम लोग करते हैं, उनको फांसी दी जाती थी। फांसी घाट कैसा है आज है हम आपको ये दिखाते हैं। ये है दरवाजा, खुल जा सम और आ गया है फांसी घाट। ये देखें, ऐसी ही उन्होंने ये सारा कुछ बना के रखा हुआ है कि ऊपर 30 फुट बुलंद से उसको फांसी दी जाती थी और वो रस्से से गर्दन में ऐसे लटका हो जाती थी फांसी। ਵੇਖ ਲਿਆ ਜੇ ਇਹ ਸੂਰਤ ਹਾਲ ਚੱਲ ਰਹੀ ਹੈ ਮੁਲਕ ਦੇ ਵਿੱਚ। ਇਹ ਇਹਨਾਂ ਦੇ ਹਿਸਾਬ ਨਾਲ ਸਾਫੀ ਨੇ, ਕਿਉਂਕਿ ਦਿਨ ਰਾਤ ਇਹਨਾਂ ਦੇ ਕਲਾਬੇ ਮਿਲਾਉਂਦੇ ਨੇ, ਇਹਨਾਂ ਦੀਆਂ ਤਾਰੀਫਾਂ ਕਰਦੇ ਨੇ। ਲੇਕਿਨ ਜਿਹੜਾ ਆਮ ਸ਼ਹਿਰੀ ਹੈ ਉਹਨੂੰ ਇਹ ਕਹਿੰਦੇ ਨੇ ਵੀ ਉਹ ਸਾਫੀ ਨਹੀਂ ਬਣ ਸਕਦਾ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।